ਹੈਲੋ ਸਟੂਡੈਂਟਸ, ਵੈਲਕਮ ਇਨ ਗੁਰਿੰਦਰ ਆਸ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕ੍ਰਾਈਮ ਦੇ ਨਾਲ ਰਿਲੇਟਡ ਵੋਕੈਬਲਰੀ ਦੇ ਨਾਲ ਫੈਮਲੀਅਰ ਕਰਵਾਇਆ ਜਾਵੇਗਾ। ਇਹ ਜ਼ਿਆਦਾਤਰ ਜਿਹੜੀ ਵੋਕੈਬਲਰੀ ਹੈ ਉਹ ਤੁਹਾਨੂੰ ਰਾਈਟਿੰਗ ਟਾਸਕ 2 ਦੇ ਵਿੱਚ ਕੰਮ ਆਵੇਗੀ ਐਂਡ ਰੀਡਿੰਗ ਦੇ ਵਿੱਚ ਵੀ ਇਹ ਵੋਕੈਬਲਰੀ ਹੋਏਗੀ। ਨਾਓ ਇਸ ਦੇ ਆਪਾਂ ਮੀਨਿੰਗ ਦੇਖਦੇ ਹਾਂ। ਤੇ ਇੱਕ ਆਪਾਂ ਨੇ ਇਸ ਵੀਡੀਓ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆਗਾ। ਇਹ ਪਹਿਲਾ ਪਾਰਟ ਹੈ ਕ੍ਰਾਈਮ ਰਿਲੇਟਡ ਵੋਕੈਬਲਰੀ ਦਾ, ਬਾਕੀ 3 ਵੀ ਜਲਦੀ ਰਿਲੀਜ਼ ਕੀਤੇ ਜਾਣਗੇ। ਨਾਓ ਲੈਟਸ ਸਟਾਰਟ। ਦ ਫਰਸਟ ਵਰਡ ਇਜ਼ offend। offend ਇੱਕ ਵਰਬ ਹੈ, ਇਸ ਦਾ ਮਤਲਬ ਹੁੰਦਾ ਅਪਰਾਧ ਕਰਨਾ। These days teenagers are more likely to offend। ਅੱਜ ਕੱਲ੍ਹ ਟੀਨੇਜਰਸ ਦੇ ਅਪਰਾਧ ਕਰਨ ਦੀ ਸੰਭਾਵਨਾ ਜ਼ਿਆਦਾ ਹੈ। ਨੈਕਸਟ ਵਰਡ ਹੈ offense। offense ਵਰਡ ਹੈਗਾ ਜਿਹੜਾ ਉਹ ਕ੍ਰਾਈਮ ਦੀ ਪਲੇਸ 'ਤੇ ਲਿਖਿਆ ਜਾਂਦਾ ਹੈ, ਅਪਰਾਧ ਹੁੰਦਾ ਇਸ ਦਾ ਮਤਲਬ। ਫਾਰ ਐਗਜ਼ਾਮਪਲ, she was fined for her offense। ਉਸਨੂੰ ਉਸਦੇ ਅਪਰਾਧ ਦੇ ਲਈ ਜੁਰਮਾਨਾ ਕੀਤਾ ਗਿਆ। ਨੈਕਸਟ ਵਰਡ ਹੈ offenders। ਇਹ offend ਤੋਂ ਹੀ ਬਣਿਆ ਵਰਡ offenders। offenders ਵਰਡ ਹੈਗਾ ਜਿਹੜਾ ਇਹ ਕ੍ਰਿਮੀਨਲਸ ਦੀ ਪਲੇਸ 'ਤੇ ਲਿਖਿਆ ਜਾਂਦਾ ਹੈ ਜਾਂ ਫਿਰ ਕਲਪ੍ਰਿਟਸ ਵੀ ਲਿਖਿਆ ਜਾ ਸਕਦਾ। ਇਹਨਾਂ ਤਿੰਨਾਂ ਦਾ ਮਤਲਬ ਹੁੰਦਾ ਅਪਰਾਧੀ, ਦੋਸ਼ੀ। ਹਾਂਜੀ, ਇਸ ਨੂੰ ਆਪਾਂ ਲਾਈਨ ਦੇ ਵਿੱਚ ਦੇਖੋ ਕਿੱਦਾਂ ਯੂਜ਼ ਕਰਦੇ ਹਾਂ। ਦ ਜੱਜ ਗੇਵ ਪਨਿਸ਼ਮੈਂਟ ਟੂ offenders। ਜੱਜ ਨੇ ਅਪਰਾਧੀਆਂ ਨੂੰ ਸਜ਼ਾ ਦਿੱਤੀ। ਹਾਂਜੀ ਦੇਖੋ, offender ER ਲੱਗਿਆ offend ਦੇ ਨਾਲ। ਜ਼ਿਆਦਾਤਰ ਨਾ ਜਿਹੜੀਆਂ ਵਰਬਸ ਦੇ ਨਾਲ ER ਲਾ ਦਿੰਦੇ ਆ ਤਾਂ ਉਸਨੂੰ ਕੰਮ ਕਰਨ ਵਾਲਾ ਪਰਸਨ ਬਣ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਹਿਣਾ ਹੋਵੇ ਸਿੰਗ। ਸਿੰਗ ਮੀਨਜ਼ ਗਾਉਣਾ, ਤਾਂ ਗਾਉਣ ਵਾਲੇ ਨੂੰ ਆਪਾਂ ਸਿੰਗਰ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਹੀ ਟਰੈਵਲ, ਟਰੈਵਲ ਤੋਂ ER ਲਾ ਕੇ ਟਰੈਵਲਰ, ਯਾਤਰੀ। ਇਸ ਤਰ੍ਹਾਂ ਬਹੁਤ ਸਾਰੀਆਂ ਵਰਬਸ ਤੋਂ ਜਿਹੜਾ ਉਹਨੂੰ ਕੰਮ ਕਰਨ ਵਾਲਾ ਪਰਸਨ ਬਣ ਜਾਂਦਾ ਹੈ, ਉਹ ER ਲਾ ਕੇ ਹੀ ਲਿਖਿਆ ਜਾਂਦਾ ਹੈ। ਹਾਂਜੀ ਨੈਕਸਟ ਦੇਖੋ ਵਰਬ ਬਲੇਮ। ਬਲੇਮ ਦਾ ਮਤਲਬ ਹੁੰਦਾ ਦੋਸ਼ ਲਗਾਉਣਾ, ਅਤੇ ਜ਼ਿਆਦਾਤਰ ਰੀਡਿੰਗ ਦੇ ਵਿੱਚ ਬਲੇਮ ਦੀ ਪਲੇਸ 'ਤੇ LH ਲਿਖਿਆ ਹੁੰਦਾ ਹੈ। ਸੋ ਇਹ ਵੀ ਇੱਕ ਵਰਬ ਹੈ ਅਤੇ ਇਹਨੂੰ ਦੇਖੋ ਲਾਈਨ ਦੇ ਵਿੱਚ ਆਪਾਂ ਕਿੱਦਾਂ ਯੂਜ਼ ਕਰਦੇ ਹਾਂ। ਹੀ ਵਾਜ਼ ਐਲਿਸਡ ਆਫ ਰੋਬਰੀ। ਉਸ 'ਤੇ ਰੋਬਰੀ ਦਾ ਦੋਸ਼ ਲੱਗਿਆ ਹੋਇਆ ਹੈ। ਨੈਕਸਟ ਹੈ ਕਮਿਟ। ਕਮਿਟ ਦਾ ਮਤਲਬ ਹੁੰਦਾ ਕਰਨਾ, ਸਪੈਸ਼ਲੀ ਜਦੋਂ ਕੋਈ ਕ੍ਰਾਈਮ ਕਰਨ ਦੀ ਗੱਲ ਕੀਤੀ ਜਾਂਦੀ ਹੈ। ਜਿਵੇਂ ਆਪਾਂ ਨੇ ਪਹਿਲਾ ਵਰਡ offend ਕੀਤਾ ਸੀ, ਪਹਿਲਾਂ ਵਰਬ ਇਹ ਵੀ offend ਦਾ ਹੀ ਸਿਨੋਨਮ ਹੈ। ਔਰ ਇਹਦਾ ਇੱਕ ਸਿਨੋਨਮ ਹੋਰ ਹੈ ਜੋ ਆਪਾਂ ਇੱਥੇ ਦੱਸਣ ਜਾ ਰਹੇ ਹਾਂ, ਉਹ ਹੈਗਾ ਗਾ ਪਰਪੈਟਰੇਟ। ਪਰਪੈਟਰੇਟ ਦਾ ਮਤਲਬ ਹੁੰਦਾ ਕਮਿਟ ਕਰਨਾ। ਇਹ ਵੀ ਰੀਡਿੰਗ ਦੇ ਵਿੱਚ ਲਿਖਿਆ ਹੁੰਦਾ। ਇਸ ਦਾ ਮਤਲਬ ਹੁੰਦਾ ਅਪਰਾਧ ਕਰਨਾ। ਫੋਰ ਐਗਜ਼ਾਮਪਲ, ਮੈਨੀ ਕ੍ਰਿਮੀਨਲ ਐਕਟੀਵਿਟੀਜ਼ ਆਰ ਬੀਇੰਗ ਪਰਪੈਟਰੇਟਡ ਬਾਈ ਟੀਨੇਜਰਸ। ਬਹੁਤ ਸਾਰੀਆਂ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਨੇਗੀਆਂ, ਕ੍ਰਾਈਮ ਹੈਗਾ ਜਿਹੜਾ ਬਹੁਤ ਸਾਰਾ ਅੱਜ ਕੱਲ੍ਹ, ਉਹ ਕਿਹਨਾਂ ਦੇ ਦੁਆਰਾ ਕੀਤਾ ਜਾ ਰਿਹਾ ਹੈ? ਟੀਨੇਜਰਸ ਦੁਆਰਾ ਕੀਤਾ ਜਾ ਰਿਹਾ ਹੈ। ਨੈਕਸਟ ਵਰਬ ਹੈ ਕਨਫੈਸ। ਕਨਫੈਸ ਦਾ ਮਤਲਬ ਹੁੰਦਾ ਕਬੂਲਣਾ। ਜਦੋਂ ਕੋਈ ਪਰਸਨ ਆਪਣੇ ਅਪਰਾਧ ਨੂੰ ਕਬੂਲ ਲੈਂਦਾ, ਆਪਣੇ ਗੁਨਾਹ ਨੂੰ ਕਬੂਲ ਲੈਂਦਾ, ਉਦੋਂ ਆਪਾਂ ਕਨਫੈਸ ਕਹਿ ਦਿੰਦੇ ਹਾਂ। ਫੋਰ ਐਗਜ਼ਾਮਪਲ, ਹੀ ਹੈਜ਼ ਕਨਫੈਸਡ ਹਿਜ offense। ਉਸਨੇ ਆਪਣੇ ਅਪਰਾਧ ਨੂੰ ਕਬੂਲ ਲਿਆ ਹੈ। ਨੈਕਸਟ ਵਰਬ ਹੈ ਵਾਇਓਲੇਟ। ਵਾਇਓਲੇਟ ਮੀਨਜ਼ ਉਲੰਘਣਾ ਕਰਨਾ। ਹਾਂਜੀ ਇਹਦੇ 4 ਸਿਨੋਨਮ ਹੁੰਦੇ ਨੇ। ਇਨਫ੍ਰਿੰਜ ਵੀ ਕਹਿ ਦਿੰਦੇ ਆ, ਫਲੋਟ ਵੀ ਕਹਿ ਦਿੰਦੇ ਆ ਇਸ ਨੂੰ, ਐਂਡ ਬਰੀਚ ਵੀ ਕਹਿ ਦਿੰਦੇ ਆ। ਰੀਡਿੰਗ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਇਨਫ੍ਰਿੰਜ ਅਤੇ ਵਾਇਓਲੇਟ ਲਿਖਿਆ ਮਿਲ ਜੂਗਾ, ਜ਼ਿਆਦਾ ਕਾਮਨਲੀ ਇਨਫ੍ਰਿੰਜ ਜਾਂ ਵਾਇਓਲੇਟ। ਬਟ ਸਮਟਾਈਮਜ਼ ਫਲੋਟ ਔਰ ਬਰੀਚ ਵੀ ਲਿਖਿਆ ਹੁੰਦਾ। ਇਹ ਚਾਰੋਂ ਹੀ ਵਰਬ ਨੇ। ਇੱਥੇ ਜਿਹੜਾ ਫਲੋਟ ਹੈ ਇਹ ਯੂ ਦੇ ਨਾਲ ਫਲੋਟ ਆ। ਇੱਕ ਚੀਜ਼ ਮੈਂ ਇੱਥੇ ਹੋਰ ਦੱਸ ਦੇਵਾਂ, ਜਿਹੜਾ ਯੂ ਦੇ ਨਾਲ ਫਲੋਟ ਲਿਖਦੇ ਆ ਇਹਦਾ ਮਤਲਬ ਤਾਂ ਉਲੰਘਣਾ ਕਰਨਾ ਹੁੰਦਾ। ਇੱਕ ਯੂ ਦੀ ਥਾਂ 'ਤੇ ਕਈ ਵਾਰ ਏ ਲਿਖਿਆ ਹੁੰਦਾ, ਉਹ ਵੀ ਫਲੋਟ ਹੀ ਹੁੰਦਾ, ਪ੍ਰੋਨੰਸੀਏਸ਼ਨ ਸੇਮ ਹੁੰਦੀ ਆ। ਬਟ ਜਦੋਂ ਕੋਈ ਵਸਤੂ ਪਾਣੀ ਦੇ ਵਿੱਚ ਤੈਰਦੀ ਆ ਨਾ, ਉਸ ਤੈਰਨ ਨੂੰ, ਵਸਤੂ ਦੇ ਪਾਣੀ ਦੇ ਵਿੱਚ ਤੈਰਨ ਨੂੰ ਵੀ ਫਲੋਟ ਕਹਿ ਦਿੰਦੇ ਆ। ਹਾਂਜੀ ਹੁਣ ਇਹਨੂੰ ਆਪਾਂ ਇੱਕ ਲਾਈਨ 'ਚ ਵਰਤਦੇ ਹਾਂ। ਮੈਨੀ ਪੀਪਲ ਵਾਇਓਲੇਟ ਦਾ ਟ੍ਰੈਫਿਕ ਰੂਲਜ਼। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਨੈਕਸਟ ਹੈ ਵਾਇਓਲੇਸ਼ਨ। ਵਾਇਓਲੇਟ ਤੋਂ ਬਣਿਆ ਵਰਡ ਵਾਇਓਲੇਸ਼ਨ। ਇਸੇ ਤਰ੍ਹਾਂ ਹੀ ਇਨਫ੍ਰਿੰਜ ਤੋਂ ਵਰਡ ਬਣਦਾ ਇਨਫ੍ਰਿੰਜਮੈਂਟ। ਸੋ ਵਾਇਓਲੇਸ਼ਨ ਅਤੇ ਇਨਫ੍ਰਿੰਜਮੈਂਟ ਦੋਨੇ ਹੋ ਗਏ ਇੱਕ ਦੂਸਰੇ ਦੇ ਸਿਨੋਨਮ, ਅਤੇ ਇਹਨਾਂ ਦਾ ਮਤਲਬ ਹੋ ਗਿਆ ਉਲੰਘਣਾ। ਅਨਅਵੇਅਰਨੈਸ ਇਜ਼ ਦਾ ਮੇਨ ਕਾਜ਼ ਆਫ ਦਾ ਵਾਇਓਲੇਸ਼ਨ ਆਫ ਰੂਲਸ। ਜਿਹੜੀ ਰੂਲਸ ਦੀ ਉਲੰਘਣਾ ਹੁੰਦੀ ਆ ਉਹਦਾ ਮੁੱਖ ਕਾਰਨ ਕੀ ਹੈਗਾ? ਅਨਅਵੇਅਰਨੈਸ ਹੈ।
ਇੱਦਾਂ ਆਪਾਂ ਵਾਇਓਲੇਸ਼ਨ ਜਾਂ ਇਨਫ੍ਰਿੰਚਮੈਂਟ ਨੂੰ ਯੂਜ਼ ਕਰ ਲੈਂਦੇ ਹਾਂ। ਨੈਕਸਟ ਹੈ ਵਾਇਓਲੈਂਟ ਐਕਟਸ। ਇਹ ਵੀ ਵਾਇਓਲੇਟ ਤੋਂ ਹੀ ਬਣਿਆ। ਵਾਇਓਲੈਂਟ ਐਕਟਸ ਦਾ ਮਤਲਬ ਹੁੰਦਾ ਤਬਾਹੀ ਵਾਲੇ ਕੰਮ ਜਾਂ ਭੜਕਾਉਣ ਵਾਲੇ ਕੰਮ। ਫॉर एग्जाम्पल मैनी वायोलेंट एक्ट्स और सीन्स ऑफ दिस मूवी आर सेंशर्ड। बहुत सारे ਜਿਹੜੇ ਵਾਇਓਲੈਂਟ ਐਕਟਸ ਸੀਗੇ ਇਸ ਮੂਵੀ ਦੇ ਅਤੇ ਜਾਂ ਉਹਦੇ ਵਿੱਚ ਜਿਹੜੇ ਸੀਨ ਸੀਗੇ ਉਹਨਾਂ ਨੂੰ ਕੀ ਕੀਤਾ ਗਿਆ, ਸੈਂਸਰ ਕੀਤਾ ਗਿਆ, ਉਹਨਾਂ 'ਤੇ ਰੋਕ ਲਗਾਈ ਗਈ ਆ। ਸੈਂਸਰ ਇੱਕ ਵਰਬ ਹੈ। ਇਹ ਵਰਬ ਕਿੱਥੋਂ ਆਈ ਹੈ? ਦੇਖੋ, ਇੱਕ ਸੈਂਸਰ ਬੋਰਡ ਹੁੰਦਾ ਜਿਹੜਾ ਕਿ ਮੂਵੀਜ਼ ਵਗੈਰਾ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਐਗਜ਼ਾਮਿਨ ਕਰਦਾ ਕਿ ਇਹ ਪਬਲਿਕਲੀ ਰਿਲੀਜ਼ ਹੋ ਸਕਦੀ ਆ ਜਾਂ ਕਿੰਨੀ ਏਜ ਦੇ ਲੋਕਾਂ ਦੇ ਲਈ ਇਹ ਜਿਹੜੀ ਹੈਗੀ ਉਹ ਦੇਖ ਸਕਦੇ ਨੇ ਜਾਂ ਨਹੀਂ ਦੇਖ ਸਕਦੇ ਨੇ। ਉਹ ਇਹ ਸਾਰਾ ਸੈਂਸਰ ਬੋਰਡ ਤੈਅ ਕਰਦਾ ਔਰ ਜਿੰਨੀਆਂ ਚੀਜ਼ਾਂ 'ਤੇ ਉਹ ਰੋਕ ਲਗਾ ਦਿੰਦਾ ਹੈ ਕਿ ਇਹਦੇ ਵਿੱਚੋਂ ਆਹ ਸੀਨਜ਼ ਕੱਟੇ ਜਾਣਗੇ, ਉਹਨਾਂ ਨੂੰ ਸੈਂਸਰ ਕਰਨਾ ਕਹਿ ਦਿੰਦੇ ਆ। ਤਾਂ ਉੱਥੋਂ ਇਹ ਸੈਂਸਰ ਵਰਡ ਹੈਗੀ ਜਿਹੜੀ ਆਪਾਂ ਨੇ ਯੂਜ਼ ਕੀਤੀ ਆ। ਨੈਕਸਟ ਹੈ ਇਨਕਰੋਚ। ਇਨਕਰੋਚ ਵੀ ਇੱਕ ਵਰਬ ਹੈ। ਇਸ ਦਾ ਮਤਲਬ ਹੁੰਦਾ ਨਜਾਇਜ਼ ਕਬਜ਼ਾ ਕਰਨਾ। ਹਾਂਜੀ, ਦੇ ਹੈਵ ਇਨਕਰੋਚਡ ਹਿਜ਼ ਲੈਂਡ। ਉਹ ਉਸ ਦੀ ਧਰਤੀ 'ਤੇ, ਉਸ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰ ਚੁੱਕੇ ਹਨ। ਹਾਂਜੀ, ਇਹਦੇ ਵਿੱਚ ਹੀ ਨਜਾਇਜ਼ ਆ ਗਿਆ, ਵਿੱਚ ਹੀ ਕਬਜ਼ਾ, ਵਿੱਚ ਹੀ ਕਰਨਾ। ਪੰਜਾਬੀ 'ਚ 3 ਅੱਖਰ ਆ, ਇੰਗਲਿਸ਼ ਦੇ ਵਿੱਚ ਇੱਕ ਵਰਡ ਆ ਤਿੰਨਾਂ ਦੀ ਥਾਂ 'ਤੇ। ਹਾਂਜੀ, ਇਨਕਰੋਚ ਤੋਂ ਹੀ ਇੱਕ ਵਰਡ ਹੋਰ ਬਣਦਾ ਇਨਕਰੋਚਮੈਂਟ, ਜਿਹੜਾ ਕਿ ਇਨਕਰੋਚ ਦਾ ਵਰਬ ਸੀ ਅਤੇ ਇਨਕਰੋਚਮੈਂਟ ਕੀ ਆ, ਉਸ ਦਾ ਨਾਊਨ ਆ। ਇਹਦੀ ਪੰਜਾਬੀ ਹੋ ਗਈ ਨਜਾਇਜ਼ ਕਬਜ਼ਾ। ਫॉर एग्जाम्पल द इंसीडेंट्स ऑफ इनक्रोचमेंट हैव रिड्यूस्ड दीज डेज। ਅੱਜ ਕੱਲ੍ਹ ਜਿਹੜੇ ਇਨਕਰੋਚਮੈਂਟ ਦੀਆਂ ਘਟਨਾਵਾਂ ਵਾਪਰਦੀਆਂ ਸੀ, ਨਜਾਇਜ਼ ਕਬਜ਼ੇ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਸੀਗੀਆਂ ਉਹ ਘੱਟ ਚੁੱਕੀਆਂ ਹਨ। ਨੈਕਸਟ ਵਰਡ ਹੈ ਡਿਸਕ੍ਰਿਮੀਨੇਸ਼ਨ। ਡਿਸਕ੍ਰਿਮੀਨੇਸ਼ਨ ਦਾ ਮਤਲਬ ਹੁੰਦਾ ਭੇਦਭਾਵ। ਹਾਂਜੀ, ਥੀਸ ਡੇਜ਼ ਜੈਂਡਰ ਡਿਸਕ੍ਰਿਮੀਨੇਸ਼ਨ ਹੈਜ਼ ਡਿਸਅਪੀਅਰਡ। ਅੱਜ ਕੱਲ੍ਹ ਜਿਹੜਾ ਜੈਂਡਰ ਭੇਦਭਾਵ ਹੈਗਾ, ਮੁੰਡੇ ਕੁੜੀ ਦੇ ਵਿੱਚ ਫਰਕ ਸਮਝਿਆ ਜਾਂਦਾ ਉਹਨਾਂ ਦੇ ਅਧਿਕਾਰਾਂ ਨੂੰ ਲੈ ਕੇ, ਤਾਂ ਉਹ ਹੈਗਾ ਜਿਹੜਾ ਫਰਕ ਸੀਗਾ ਜਿਹੜਾ ਉਹ ਖਤਮ ਹੋ ਚੁੱਕਿਆ ਹੈ। ਨੈਕਸਟ ਹੈ ਡੇਟਰ। ਡੇਟਰ ਇੱਕ ਬਹੁਤ ਹੀ ਇੰਪੋਰਟੈਂਟ ਵਰਬ ਹੈ। ਇਹਨੂੰ ਰਾਈਟਿੰਗ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਜਦੋਂ ਟਾਸਕ 2 ਆਉਂਦਾ ਤੁਹਾਨੂੰ ਕ੍ਰਾਈਮ ਦੇ ਨਾਲ ਰਿਲੇਟਡ ਆਉਂਦਾ ਹੈ ਤਾਂ ਤੁਸੀਂ ਡੇਟਰ ਵਰਡ ਹੈਗੀ ਜਿਹੜੀ ਉਹਨੂੰ ਯੂਜ਼ ਕਰ ਸਕਦੇ ਹੋ। ਹਾਂਜੀ, ਰੀਡਿੰਗ ਦੇ ਵਿੱਚ ਡੇਟਰ ਦੀ ਪਲੇਸ 'ਤੇ ਤੁਹਾਨੂੰ ਕਰਵ ਲਿਖਿਆ ਵੀ ਮਿਲ ਜੂਗਾ, ਹਾਲਟ ਲਿਖਿਆ ਵੀ ਮਿਲ ਜਾਂਦਾ ਹੈ। ਇਹਨਾਂ ਤਿੰਨਾਂ ਦਾ ਮਤਲਬ ਹੁੰਦਾ ਸਟਾਪ, ਰੋਕਣਾ। ਫॉर एग्जाम्पल मैनी स्टैप्स कैन बी टेकन टू डेटर क्राइम। क्राइम ਨੂੰ ਰੋਕਣ ਦੇ ਲਈ ਕਈ ਸਟੈਪਸ ਚੁੱਕੇ ਜਾ ਸਕਦੇ ਹਨ। ਇਸੇ ਤਰ੍ਹਾਂ ਹੀ ਹੁਣ ਡੇਟਰੈਂਟ ਤੋਂ ਇੱਕ ਵਰਡ ਬਣਦਾ ਡੈਟਰੈਂਟ। ਡੈਟਰੈਂਟ ਦਾ ਮਤਲਬ ਹੋ ਗਿਆ ਰੁਕਾਵਟ। फॉर एग्जाम्पल द CCTV कैमराज एक्ट एज ए क्राइम डेटरेंट। ਜਿਹੜੇ CCTV ਕੈਮਰਾ ਨੇ ਉਹ ਕਾਹਦੇ ਤੌਰ 'ਤੇ ਕੰਮ ਕਰਦੇ ਨੇ? ਐਕਟ ਐਜ਼ ਦਾ ਮਤਲਬ ਹੁੰਦਾ ਕਿਸੇ ਤੌਰ 'ਤੇ ਕੰਮ ਕਰਨਾ, ਕ੍ਰਾਈਮ ਦੀ ਰੁਕਾਵਟ ਦੇ ਤੌਰ 'ਤੇ ਕੰਮ ਕਰਦੇ ਨੇ। ਉਹ ਕ੍ਰਾਈਮ ਨੂੰ ਰੋਕਣ ਦਾ ਕੰਮ ਕਰਦੇ ਨੇ, ਕਹਿਣ ਤੋਂ ਭਾਵ ਇਹ ਹੈ। ਨੈਕਸਟ ਵਰਡ ਹੈ ਪੈਨੈਲਟੀ। ਪੈਨੈਲਟੀ ਪਨਿਸ਼ਮੈਂਟ, ਸੈਂਟੈਂਸ। ਇੱਥੇ ਜਿਹੜਾ ਸੈਂਟੈਂਸ ਆ ਉਹ ਟੈਂਸ ਵਾਲਾ ਸੈਂਟੈਂਸ ਨਹੀਂ ਆ। ਸਪੈਲਿੰਗ ਸੇਮ ਨੇ, ਪ੍ਰੋਨਾਂਸੀਏਸ਼ਨ ਸੇਮ ਆ, ਬਟ ਇਸ ਦਾ ਮਤਲਬ ਹੁੰਦਾ ਸਜ਼ਾ। ਪੈਨੈਲਟੀ ਨੂੰ ਵੀ ਪਨਿਸ਼ਮੈਂਟ, ਸੈਂਟੈਂਸ ਤਿੰਨਾਂ ਦਾ ਮਤਲਬ ਕੀ ਹੋ ਗਿਆ? ਸਜ਼ਾ। ਫॉर एग्जाम्पल ਪੈਨੈਲਟੀ ਸ਼ੁੱਡ ਬੀ ਗਿਵਨ ਟੂ ਦਾ ਵਾਇਓਲੇਟਰਸ। ਜਿਹੜੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੇ, ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਇੱਕ ਹੋਰ ਵਰਡ ਹੈ ਪੈਨਲਾਈਜ਼। ਹੁਣ ਪੈਨਲਾਈਜ਼ ਦਾ ਮਤਲਬ ਹੁੰਦਾ ਪਨਿਸ਼, ਮੀਨਜ਼ ਸਜ਼ਾ ਦੇਣਾ। ਦੇਖੋ, ਜਦੋਂ ਪੈਨੈਲਟੀ ਲਿਖਿਆ ਆਪਾਂ ਨੇ ਉੱਪਰ, ਪੈਨੈਲਟੀ ਦਾ ਮਤਲਬ ਇਕੱਲਾ ਸਜ਼ਾ ਹੈ। ਅਗਰ ਤੁਸੀਂ ਦੇਣ ਦੀ ਇੰਗਲਿਸ਼ ਲਿਖਣੀ ਆ ਵੀ ਸਜ਼ਾ ਦੇਣੀ, ਤਾਂ ਤੁਹਾਨੂੰ ਉਸ ਦੇ ਅੱਗੇ ਗਿਵ ਵਰਬ ਲਿਖਣੀ ਪਏਗੀ, ਗਿਵ ਪੈਨੈਲਟੀ। ਮਤਲਬ ਸਜ਼ਾ ਦੀ ਇੰਗਲਿਸ਼ ਅਲੱਗ, ਦੇਣ ਦੀ ਇੰਗਲਿਸ਼ ਅਲੱਗ। ਬਟ ਇਹਨਾਂ ਦੋਨਾਂ ਨੂੰ ਪੰਜਾਬੀ ਦੇ ਵਿੱਚ ਸਜ਼ਾ ਵੀ ਆ ਜੇ, ਉਹਦੇ ਵਿੱਚ ਹੀ ਦੇਣਾ ਵੀ ਆ ਜੇ, ਦੋਨੇ ਇਕੱਠੇ ਅੱਖਰਾਂ ਦੀ ਥਾਂ 'ਤੇ ਅਗਰ ਤੁਸੀਂ ਕੋਈ ਵਰਡ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਹ ਪੈਨਲਾਈਜ਼ ਯੂਜ਼ ਕੀਤਾ ਜਾਂਦਾ। ਫਿਰ ਤੁਹਾਨੂੰ ਗਿਵ ਲਿਖਣ ਦੀ ਜ਼ਰੂਰਤ ਨਹੀਂ ਆ ਅਤੇ ਪਨਿਸ਼ਮੈਂਟ ਵੀ ਲਿਖਣ ਦੀ ਜ਼ਰੂਰਤ ਨਹੀਂ ਆ, ਸਿੱਧਾ ਹੀ ਆ ਜਾਊਗਾ ਪੈਨਲਾਈਜ਼। ਫॉर एग्जाम्पल ਹੀ ਵਾਜ਼ ਪੈਨਲਾਈਜ਼ਡ ਆਫ 500 ਰੁਪੀਜ਼ ਇਨ ਦਾ ਫਾਰਮ ਆਫ ਫਾਈਨ। ਉਹਨੂੰ ਜੁਰਮਾਨੇ ਦੇ ਰੂਪ ਦੇ ਵਿੱਚ 500 ਰੁਪਏ ਦੀ ਸਜ਼ਾ ਦਿੱਤੀ ਗਈ। ਨੈਕਸਟ ਵਰਡ ਹੈ ਕੈਪੀਟਲ ਪਨਿਸ਼ਮੈਂਟ। ਕੈਪੀਟਲ ਪਨਿਸ਼ਮੈਂਟ ਦਾ ਮਤਲਬ ਹੁੰਦਾ ਮੌਤ ਦੀ ਸਜ਼ਾ। ਫਾਂਸੀ ਨੂੰ ਕੈਪੀਟਲ ਪਨਿਸ਼ਮੈਂਟ ਵੀ ਕਹਿ ਦਿੰਦੇ ਆ। ਅਗਰ ਇਸ ਦੀ ਜਗ੍ਹਾ 'ਤੇ ਤੁਸੀਂ ਡੈਥ ਸੈਂਟੈਂਸ ਵੀ ਯੂਜ਼ ਕਰ ਸਕਦੇ ਹੋ ਔਰ ਡੈਥ ਪੈਨੈਲਟੀ ਵੀ। ਇਹਨਾਂ ਤਿੰਨਾਂ ਦਾ ਮਤਲਬ ਹੁੰਦਾ ਮੌਤ ਦੀ ਸਜ਼ਾ, ਫਾਂਸੀ। ਹਾਂਜੀ, ਇਨ ਸਮ ਕੰਟਰੀਜ਼ ਡੈਥ ਪੈਨੈਲਟੀ ਹੈਜ਼ ਬੀਨ ਬੈਨਡ।
कुछ कंट्रीज़ दे विच जिहड़ी मौत की सज़ा गई वो बैन की हुई है। नैक्सट वर्ब है नैब। नैब मतलब दबोचना। दबोचना मीनस किसी नूं गलत काम करते मौके ते ही पकड़ लेना, उसनूं आपां दबोचना कहने आ। फॉर एग्जाम्पल पुलिस मैन शुड नैब द ड्रग पैडलर्स। ਜਿਹੜੇ ਨਸ਼ਾ ਵੇਚਣ ਵਾਲੇ ਨੇ ਪੁਲਿਸ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਦਬੋਚਣਾ ਚਾਹੀਦਾ ਹੈ। ਨੈਕਸਟ ਵਰਡ ਹੈ ਲਾਅ ਅਬਾਈਡਿੰਗ ਸਿਟੀਜ਼ਨਸ। ਸਿਟੀਜ਼ਨਸ ਮੀਨਸ ਨਾਗਰਿਕ, ਲਾਅ ਮੀਨਸ ਕਾਨੂੰਨ। ਸੋ ਫਿਰ ਲਾਅ ਅਬਾਈਡਿੰਗ ਸਿਟੀਜ਼ਨਸ ਦਾ ਮੀਨਿੰਗ ਬਣ ਗਿਆ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ। ਜਿਹੜੇ ਲੋਕ ਕਾਨੂੰਨ ਦੀ ਪਾਲਣਾ ਕਰਦੇ ਨੇ, ਉਹਦੀ ਉਲੰਘਣਾ ਨਹੀਂ ਕਰਦੇ, ਤਾਂ ਉਹਨਾਂ ਦੇ ਲਈ ਆਪਾਂ ਲਾਅ ਅਬਾਈਡਿੰਗ ਸਿਟੀਜ਼ਨਸ ਜਿਹੜਾ ਵਰਡ ਹੈ ਇਹ ਯੂਜ਼ ਕਰ ਸਕਦੇ ਹਾਂ। ਬਟ ਤੁਸੀਂ ਇੱਕ ਜਦੋਂ ਇੰਗਲਿਸ਼ ਦੇ ਵਿੱਚ ਕੋਈ ਵਰਡ ਸਿੱਖ ਰਹੇ ਹੁੰਦੇ ਹੋ, ਅਗਰ ਉਸ ਦੇ ਵਿੱਚ ਕੋਈ ਹਾਈਫਨ ਆਉਂਦਾ ਹੈ ਸੋ ਫਿਰ ਡੈਫੀਨੇਟਲੀ ਤੁਹਾਨੂੰ ਉਹ ਹਾਈਫਨ ਲਿਖਣਾ ਹੀ ਪਏਗਾ। ਬਹੁਤ ਸਾਰੇ ਵਰਡਸ ਦੇ ਵਿੱਚ ਅਗਰ ਹਾਈਫਨ ਹੈ ਤਾਂ ਤੁਹਾਨੂੰ ਹਾਈਫਨ ਲਿਖਣਾ ਪਏਗਾ। ਅਗਰ ਤੁਸੀਂ ਹਾਈਫਨ ਨਹੀਂ ਲਿਖਦੇ ਸੋ ਇੱਕ ਤਰ੍ਹਾਂ ਦਾ ਇਹ ਜੋ ਸਪੈਲਿੰਗ ਮਿਸਟੇਕ ਕਹਿ ਸਕਦੇ ਹੋ ਤੁਸੀਂ। हाँ जी, law abiding citizens make a great contribution in developing healthy society। ਜਿਹੜੇ ਲਾਅ ਨੂੰ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਹੁੰਦੇ ਨੇ, ਲੋਕ ਹੁੰਦੇ ਨੇ, ਉਹ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਇੱਕ ਤੰਦਰੁਸਤ ਇੱਕ ਵਧੀਆ ਸਮਾਜ ਨੂੰ ਡਿਵੈਲਪ ਕਰਨ ਦੇ ਲਈ। ਨੈਕਸਟ ਵਰਡ ਹੈ ਸਟ੍ਰਿੰਜੈਂਸੀ। ਸਟ੍ਰਿੰਜੈਂਸੀ ਮੀਨਸ ਸਖਤੀ। ਹਾਂਜੀ, ਅਗਰ ਤੁਸੀਂ ਕਹਿਣਾ ਹੋਵੇ ਸਖਤੀ ਵਰਤਣੀ ਤਾਂ ਵਰਤਨ ਦੀ ਇੰਗਲਿਸ਼ ਤੁਸੀਂ ਯੂਜ਼ ਨਹੀਂ ਕਹਿਣਾ, ਐਕਸਰਸਾਈਜ਼ ਲਿਖਿਆ ਹੁੰਦਾ। ਇੱਥੇ ਐਕਸਰਸਾਈਜ਼ ਦਾ ਮਤਲਬ ਕਸਰਤ ਕਰਨਾ ਨਹੀਂ ਆ, ਇੱਥੇ ਐਕਸਰਸਾਈਜ਼ ਦਾ ਮਤਲਬ ਹੈ ਵਰਤਣਾ। ਹੁਣ ਦੇਖੋ ਆਪਾਂ ਇਹਨਾਂ ਨੇ ਦੋਨੋਂ ਵਰਡਸ ਨੂੰ ਇੱਕ ਲਾਈਨ ਦੇ ਵਿੱਚ ਲਿਖਦੇ ਹਾਂ। ਸਟ੍ਰਿੰਜੈਂਸੀ ਸ਼ੁੱਡ ਬੀ ਐਕਸਰਸਾਈਜ਼ਡ ਇਨ ਇੰਪਲੀਮੈਂਟਿੰਗ ਰੂਲਸ ਐਂਡ ਰੈਗੂਲੇਸ਼ਨਸ। ਇੰਪਲੀਮੈਂਟ ਦਾ ਮੀਨਿੰਗ ਹੁੰਦਾ ਲਾਗੂ ਕਰਨਾ, ਰੂਲਸ ਅਤੇ ਰੈਗੂਲੇਸ਼ਨਸ ਨੂੰ ਲਾਗੂ ਕਰਨ ਦੇ ਵਿੱਚ ਸਖਤੀ ਵਰਤਣੀ ਚਾਹੀਦੀ ਹੈ। ਵਰਤਨ ਦੀ ਥਾਂ 'ਤੇ ਐਕਸਰਸਾਈਜ਼ ਵਰਬ ਆਉਂਦੀ ਆ ਜਦੋਂ ਵੀ ਤੁਸੀਂ ਸਟ੍ਰਿੰਜੈਂਸੀ ਵਰਡ ਯੂਜ਼ ਕਰਨਾ। ਇੱਦਾਂ ਇਹ ਤੁਹਾਨੂੰ ਰੀਡਿੰਗ ਦੇ ਵਿੱਚ ਲਿਖਿਆ ਹੋਇਆ ਮਿਲੂਗਾ ਵਰਡ। ਨੈਕਸਟ ਹੈ ਹਾਰਡ ਪਨਿਸ਼ਮੈਂਟ, ਸਖਤ ਸਜ਼ਾ। ਤਾਂ ਹਾਰਡ ਦੀ ਪਲੇਸ 'ਤੇ ਜਦੋਂ ਵੀ ਨਾਲ ਪਨਿਸ਼ਮੈਂਟ ਲਿਖਿਆ ਹੁੰਦਾ ਜ਼ਿਆਦਾਤਰ ਬੁੱਕਸ ਦੇ ਉੱਪਰ ਰਿਗਰਸ ਪਨਿਸ਼ਮੈਂਟ ਲਿਖਿਆ ਹੁੰਦਾ ਹੈ। ਰਿਗਰਸ ਪਨਿਸ਼ਮੈਂਟ ਮੀਨਸ ਸਖਤ ਸਜ਼ਾ। ਸੋ ਫਿਰ ਤੁਸੀਂ ਹਾਰਡ ਪਨਿਸ਼ਮੈਂਟ ਲਿਖਣਾ ਜਿੱਥੇ ਉੱਥੇ ਤੁਸੀਂ ਰਿਗਰਸ ਪਨਿਸ਼ਮੈਂਟ ਲਿਖ ਸਕਦੇ ਹੋ, ਕਿਉਂਕਿ ਟਾਸਕ 2 ਹੈਗਾ ਜਿਹੜਾ ਰਾਈਟਿੰਗ ਦੇ ਵਿੱਚ ਆਇਲਸ ਦੇ ਵਿੱਚ ਇਹ ਆਮ ਹੀ ਕ੍ਰਾਈਮ ਦੇ ਨਾਲ ਰਿਲੇਟਡ ਆ ਜਾਂਦਾ, ਜਿੱਥੇ ਆਪਾਂ ਨੂੰ ਲਿਖਣਾ ਹੀ ਪੈਂਦਾ ਕਿ ਸਖਤ ਸਜ਼ਾ ਦੇਣੀ ਚਾਹੀਦੀ ਆ, ਤਾਂ ਉੱਥੇ ਆਪਾਂ ਰਿਗਰਸ ਪਨਿਸ਼ਮੈਂਟ ਵਰਡ ਲਿਖ ਸਕਦੇ ਹੋ। ਫੋਰ ਐਗਜ਼ਾਮਪਲ ਗਿਵਿੰਗ ਰਿਗਰਸ ਪਨਿਸ਼ਮੈਂਟ ਫਾਰ ਸੀਰੀਅਸ offences acts as a deterrent for the potential crime। ਦੇਖੋ ਵੀ ਦਾ ਪੋਟੈਂਸ਼ੀਅਲ ਕ੍ਰਾਈਮ ਦਾ ਇੱਥੇ ਮਤਲਬ ਕੀ ਹੈ, ਉਹ ਕ੍ਰਾਈਮ ਜਿਹੜਾ ਹਜੇ ਹੋਇਆ ਨਹੀਂ ਆ, ਜਿਹਦੇ ਹੋਣ ਦੀ ਸੰਭਾਵਨਾ ਹੈ ਆਉਣ ਵਾਲਾ, ਉਹਨੂੰ ਦਾ ਪੋਟੈਂਸ਼ੀਅਲ ਕ੍ਰਾਈਮ ਕਹਿ ਦਿੰਦੇ ਆ। ਡੈਟਰੈਂਟ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਡੈਟਰੈਂਟ ਦਾ ਮਤਲਬ ਹੁੰਦਾ ਰੁਕਾਵਟ, ਐਕਟ ਐਜ਼ ਦਾ ਮਤਲਬ ਦੇ ਤੌਰ 'ਤੇ ਕੰਮ ਕਰਨਾ, ਔਫੈਂਸ ਹੁੰਦੇ ਨੇ ਅਪਰਾਧ। ਸੋ ਜਿਹੜੇ ਸੀਰੀਅਸ ਅਪਰਾਧ ਨੇ ਉਹਨਾਂ ਦੇ ਲਈ ਸਖਤ ਸਜ਼ਾ ਦੇਣਾ ਕਾਹਦੇ ਤੌਰ 'ਤੇ ਕੰਮ ਕਰਦਾ, ਸੰਭਾਵਿਤ ਜਿਹੜਾ ਆਉਣ ਵਾਲਾ ਕ੍ਰਾਈਮ ਆ ਉਹਨੂੰ ਰੋਕਣ ਦੇ ਤੌਰ 'ਤੇ ਕੰਮ ਕਰਦਾ। ਕਹਿਣ ਤੋਂ ਭਾਵ ਜੇ ਸੀਰੀਅਸ ਕ੍ਰਾਈਮ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਤਾਂ ਉਹ ਦੂਸਰੇ ਜਿਹੜੇ ਹੋਰ ਲੋਕ ਹੋਣਗੇ ਜਿਹੜੇ ਕ੍ਰਾਈਮ ਕਰਨ ਵਾਲੇ ਹੋਣਗੇ ਉਹਨਾਂ ਦੇ ਅੰਦਰ ਇੱਕ ਡਰ ਜਾ ਬੈਠ ਜੂਗਾ ਵੀ ਕਿ ਸਾਨੂੰ ਵੀ ਇੱਦਾਂ ਦੀ ਪਨਿਸ਼ਮੈਂਟ ਮਿਲੂਗੀ, ਤਾਂ ਫਿਰ ਉਹ ਕ੍ਰਾਈਮ ਨਹੀਂ ਕਰਨਗੇ, ਇਸ ਤਰ੍ਹਾਂ ਕ੍ਰਾਈਮ ਰੁਕ ਜੂਗਾ। ਸੋ ਫਿਰ ਇਹ ਸਾਰੀ ਲਾਈਨ ਦੀ ਸੈਂਸ ਇਹ ਬਣ ਗਈ ਕਿ ਸਖਤ ਸਜ਼ਾ ਦੇਣੀ ਸੀਰੀਅਸ ਕ੍ਰਾਈਮ ਦੇ ਲਈ ਇੱਕ ਕੀ ਆ ਰੁਕਾਵਟ ਦਾ ਕੰਮ ਬਣੂਗਾ ਆਉਣ ਵਾਲੇ ਕ੍ਰਾਈਮ ਨੂੰ ਰੋਕਣ ਦੇ ਲਈ। ਨੈਕਸਟ ਹੈ ਵੀ ਸਟ੍ਰਿੰਜੈਂਟ ਲਾਜ਼। ਸਟ੍ਰਿੰਜੈਂਟ ਲਾਜ਼ ਮੀਨਸ ਸਖਤ ਕਾਨੂੰਨ। ਜਦੋਂ ਵੀ ਆਪਾਂ ਕਹਾਂਗੇ ਵੀ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਜਾਂ ਸਖਤ ਕਾਨੂੰਨ ਲਾਗੂ ਕਰਨੇ ਚਾਹੀਦੇ ਨੇ ਤਾਂ ਸਟ੍ਰਿੰਜੈਂਸੀ ਤੋਂ ਹੀ ਬਣਿਆ ਹੋਇਆ ਵਰਡ ਇੱਕ ਤਰ੍ਹਾਂ ਦਾ ਹੀ ਸਟ੍ਰਿੰਜੈਂਟ ਲਾਜ਼। ਹਾਂਜੀ, ਜਦੋਂ ਤੁਸੀਂ ਬਣਾਉਣ ਦੀ ਗੱਲ ਕਰਨੀ ਆ ਤਾਂ ਇੱਥੇ ਮੇਕ ਨਹੀਂ ਲਗਾਓਗੇ। ਸਪੈਸ਼ਲੀ ਜਦੋਂ ਵੀ ਕਾਨੂੰਨ ਬਣਾਉਣ ਦੀ ਗੱਲ ਹੁੰਦੀ ਆ ਉਦੋਂ ਮੇਕ ਨਹੀਂ ਲੱਗਦਾ, ਉਦੋਂ ਇਨਐਕਟ ਲੱਗਦਾ ਹੈ ਜਾਂ ਫਿਰ ਲੈਗਜ਼ੀਲੇਟ। ਇਹ ਦੋ ਵਰਡ ਨੇ ਜਿਨ੍ਹਾਂ ਦਾ ਮਤਲਬ ਤਾਂ ਬਣਾਉਣਾ ਹੁੰਦਾ। ਇਹ ਸਪੈਸ਼ਲੀ ਕਦੋਂ ਯੂਜ਼ ਹੁੰਦੀਆਂ ਨੇ, ਜਦੋਂ ਕੋਈ ਕਾਨੂੰਨ ਬਣਾਉਣਾ, ਉਦੋਂ ਬਣਾਉਣ ਦੀ ਥਾਂ 'ਤੇ ਇਨੈਕਟ ਜਾਂ ਲੈਗਜ਼ੀਲੇਟ ਯੂਜ਼ ਕਰੋਗੇ। ਹੁਣ ਆਪਾਂ ਵਿੱਚ ਹੀ ਸਟ੍ਰਿੰਜੈਂਟ ਨੂੰ ਇਨੈਕਟ ਨੂੰ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ ਇੱਕ ਲਾਈਨ 'ਚ। ਦੇਖੋ ਮੈਨੀ ਕੰਟਰੀਜ਼ ਹੈਵ ਇਨੈਕਟਡ ਸਟ੍ਰਿੰਜੈਂਟ ਲਾਜ਼ ਫॉर ਲਿਮਿਟਿੰਗ ਵਰਕਿੰਗ ਟਾਈਮ।
बहुत सारिया कंट्रीज़ ने ਜਿਹੜੀਆਂ ਉਹ सख्त कानून बना चुकिया ने ਜਿਹੜਾ वर्किंग टाइम आ ਉਹਨੂੰ फिक्स ਕਰਨ ਦੇ ਲਈ ਉਹਦੇ ਤੇ लिमिट लगाउण ਦੇ ਲਈ। नैक्सट वर्ड है इनफोर्स। इनफोर्स का मतलब होंदा लागू करना। आम तौर पर आप इंप्लीमेंट वर्ड है जोड़ा वो यूज़ करते हैं, इंप्लीमेंट वर्ब नूं यूज़ कर लेना लागू करन दी प्लेस ते, वो भी ठीक है, बट तुहानूं बुक्स दे विच इनफोर्स भी लिखा मिल सकता है। इनफोर्स भी एक वधिया वर्ड है, तुसीं इंप्लीमेंट की प्लेस ते यूज़ कर सकते हो। अगर तुसीं अपने टास्क दे विच शो करना चाहुंदे हो कि तुहानूं वधिया वोकैबलरी आउंदी है, तुहाडी वोकैबलरी बहुत इनरिच है, सो फिर इत्थे तुसीं यूज़ करोगे इनफोर्स। फॉर एग्जाम्पल, न्यू लॉज रिलेटेड टू इन्वायरमेंट हैव बीन इनफोर्सड स्ट्रिक्टली। इन्वायरमेंट रिलेटेड जिहड़े नवें कानून बने ने उन्होंने सख्ती दे नाल लागू किया गया है। ये तुहाडे 25 वर्ड्स सीगे जिहड़े बहुत ही ज़्यादा कॉमन वर्ड्स ने, तुहानूं आइल्स राइटिंग एंड रीडिंग दे विच ने जिहड़े ये काम आउणगे, तो इस करके इन्हों चंगी तरह समझाउण दी मैं इत्थे कोशिश की है। मैनूं उम्मीद है कि तुहानूं सारिਆਂ ਦਾ मीनिंग है जिहड़ा वो चंगी तरह समझ आ गया होना। हाँ जी, मैनूं कमेंट करके जरूर दस देना अगर तुहानूं ये वीडियो वधिया लगी तो। इस दे नाल ही रिलेटेड ये 3 पार्ट होर रहिंदे आ क्राइम दे नाल रिलेटेड वोकैबलरी दे। सो नैक्सट वीडियो जल्दी रिलीज़ करांगे। हाँ जी स्टूडेंट्स, अगर तुहानूं ये वीडियो पसंद आई सो मेरे चैनल नूं सबसक्राइब, लाइक एंड शेयर करना ना भुलना। थैंक यू फॉर वॉचिंग।